हेलो डियर स्टूडेंट्स, वेलकम बैक टू माय यूट्यूब चैनल। सो बच्चे थंबनेल देख के ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਸ ਵੀਡੀਓ ਦੇ ਵਿੱਚ ਅਸੀਂ ਟਾਈਮ ਟੇਬਲ ਦੀ ਗੱਲ ਕਰਨ ਜਾ ਰਹੇ ਹਾਂ। ਸੋ 7 ਡੇ ਦਾ ਪਲਾਨ ਅਸੀਂ ਬਣਾ ਰਹੇ ਹਾਂ ਕਿ 7 ਡੇਜ਼ ਦੇ ਵਿੱਚ ਅਸੀਂ ਆਪਣੇ ਐਗਜ਼ਾਮ ਦੇ ਲਈ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਪ੍ਰਿਪੇਅਰ ਕਰਾਂਗੇ। ਸੋ ਬਿਲਕੁਲ ਵੀ ਬੱਚੇ ਘਬਰਾਉਣ ਦੀ ਜ਼ਰੂਰਤ ਨਹੀਂ ਆ, ਚਾਹੇ ਤੁਸੀਂ ਕੁਝ ਪੜ੍ਹਿਆ ਆ ਚਾਹੇ ਤੁਸੀਂ ਕੁਝ ਨਹੀਂ ਪੜ੍ਹਿਆ, ਦੋਨਾਂ ਸਟੂਡੈਂਟਸ ਨੂੰ ਬਹੁਤ ਅੱਛੀ ਤਰੀਕੇ ਨਾਲ ਗਾਈਡ ਕਰਾਂਗੀ। ਸੋ ਆਈ ਵਿਲ ਹੋਪ ਕਿ ਤੁਸੀਂ ਸਭ ਬਹੁਤ ਹੀ ਸੈਟਿਸਫਾਈਡ ਰਹੋਗੇ ਇਸ ਸੁਜੈਸ਼ਨ ਦੇ ਨਾਲ। ਸੋ ਚਲੋ ਬੱਚੇ ਦੇਖਦੇ ਹਾਂ ਕਿ ਆਪਣੇ ਆਪ ਨੂੰ ਪੇਪਰ ਲਈ ਕਿੱਦਾਂ ਤਿਆਰ ਕਰੀਏ, ਸਾਡੇ ਇੰਪੋਰਟੈਂਟ ਡੇਜ਼ ਕਿਹੜੇ ਆ ਔਰ ਅਸੀਂ 7 ਦਿਨ ਦੇ ਵਿੱਚ ਕਿੰਨਾ ਕੁ ਪੜ੍ਹ ਸਕਦੇ ਹਾਂ। ਸੋ ਚਲੋ ਸਟਾਰਟ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਬੱਚੇ ਆਪਣੀ ਦਿਨ ਦਾ ਟਾਈਮ ਜਿਹੜਾ ਡਿਵਾਈਡ ਕਰ ਲਓ। ਮੰਨ ਕੇ ਚੱਲੋ ਕਿ ਤੁਸੀਂ ਸਵੇਰ 5 ਵਜੇ ਜਿਹੜਾ ਆ ਮਾਰਨਿੰਗ ਉੱਠ ਜਾਂਦੇ ਆ ਔਰ ਰਾਤ ਦੇ 10 ਵਜੇ ਤੱਕ ਜਿਹੜਾ ਆ ਤੁਸੀਂ ਪੜੂੰਗੇ। ਠੀਕ ਹੈ ਜੀ, ਜੋ ਮੈਂ ਟਾਈਮ ਟੇਬਲ ਤੁਹਾਨੂੰ ਸੁਜੈਸਟ ਕਰ ਰਹੀ ਹਾਂ ਬੱਚੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਟਾਈਮ ਟੇਬਲ ਹੈ। ਅਗਰ ਮੰਨ ਲਓ ਤੁਸੀਂ ਸਵੇਰ 5 ਵਜੇ ਨਹੀਂ ਉੱਠ ਪਾਉਂਦੇ ਤਾਂ ਤੁਸੀਂ 6 ਵਜੇ ਤੋਂ ਲੈ ਕੇ 11 ਵਜੇ ਦਾ ਟਾਈਮ ਸੈੱਟ ਕਰ ਸਕਦੇ ਹਾਂ। ਕਲੀਅਰ ਹੋ ਗਿਆ ਜੀ। ਸੋ ਥੋੜਾ ਬਹੁਤ ਮੋਡੀਫਿਕੇਸ਼ਨ ਤੁਸੀਂ ਖੁਦ ਕਰ ਸਕਦੇ ਆ, ਤੁਸੀਂ ਆਪਣੇ ਅਕੋਰਡਿੰਗਲੀ, ਕਿਉਂਕਿ ਬੱਚੇ ਸਾਰਾ ਪੰਜਾਬ ਸੇਮ ਮੈਥਡ ਦੇ ਨਾਲ ਨਹੀਂ ਪੜ੍ਹ ਸਕਦਾ। ਹਰ ਇੱਕ ਬੱਚੇ ਦਾ ਪੜ੍ਹਨ ਦਾ ਤਰੀਕਾ ਆਪਣਾ ਆ। ਕਿਸੇ ਬੱਚੇ ਨੂੰ ਕੋਈ ਸਬਜੈਕਟ ਈਜ਼ੀ ਲੱਗਦਾ ਤੇ ਕਿਸੇ ਸਟੂਡੈਂਟ ਨੂੰ ਕੋਈ ਸਬਜੈਕਟ ਈਜ਼ੀ ਲੱਗਦਾ। ਸੋ ਅਸੀਂ ਆਪਣੇ ਅਕੋਰਡਿੰਗਲੀ ਪੜ੍ਹਾਂਗੇ। ਇਹ ਸਿਰਫ ਕਹਿ ਲਓ ਕਿ ਇੱਕ ਮੋਟਾ ਟਾਈਮ ਟੇਬਲ ਹੈ ਜੋ ਤੁਸੀਂ ਦੇਖ ਸਕਦੇ ਆ, ਸਮਝ ਸਕਦੇ ਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਹੈ। ਸੋ ਮੰਨ ਲਓ ਬੱਚੇ ਤੁਸੀਂ ਸਵੇਰ 5 ਵਜੇ ਉੱਠ ਜਾਂਦੇ ਆ, 5 ਵਜੇ ਤੋਂ ਲੈ ਕੇ 7 ਵਜੇ ਤੱਕ, ਮਤਲਬ ਤੁਹਾਡੇ ਕੋਲ 2 ਘੰਟੇ ਆ। 2 ਘੰਟੇ ਦੇ ਵਿੱਚ ਬੱਚੇ ਤੁਸੀਂ ਪੜ੍ਹੋਗੇ ਆਪਣੀ ਫਿਜ਼ਿਕਸ। ਠੀਕ ਹੈ ਜੀ। ਸੋ ਫਿਜ਼ਿਕਸ ਦਾ ਬੱਚੇ ਕੋਈ ਵੀ ਤੁਸੀਂ ਯੂਨਿਟ ਉਠਾਓਗੇ, ਯਾਦ ਰੱਖੋ ਬੱਚੇ ਸਾਡੇ ਕੋਲ ਸਿਰਫ 7 ਦਿਨ ਆ ਤੇ ਸਾਡੇ ਫਿਜ਼ਿਕਸ ਦੇ ਯੂਨਿਟਸ ਕਿੰਨੇ ਆ? 5। ਠੀਕ ਹੈ ਜੀ, ਸੌਰੀ 4 ਹੈ ਸਾਡੇ ਕੋਲ ਫਿਜ਼ਿਕਸ ਦੇ ਯੂਨਿਟ ਕਿੰਨੇ ਆ? 4। ਯੂਨਿਟ ਨੰਬਰ 6, 7, 8 ਔਰ 9। ਸੋ 4 ਯੂਨਿਟਸ ਆ 7 ਦਿਨ ਆ। ਸੋ ਆਪਟਿਕਸ ਬੱਚੇ ਜਿੱਦਾਂ ਤੁਹਾਡੀ ਰੇ ਆਪਟਿਕਸ ਆ ਅਤੇ ਵੇਵ ਆਪਟਿਕਸ ਆ, ਤੁਸੀਂ ਇਹਨੂੰ 2 ਭਾਗਾਂ ਵਿੱਚ ਡਿਵਾਈਡ ਕਰ ਸਕਦੇ ਆ। ਮਤਲਬ ਕਰਾ ਕੇ ਮਤਲਬ ਤੁਸੀਂ ਇਹਨੂੰ 5 ਦਿਨ ਫਿਜ਼ਿਕਸ ਨੂੰ ਦੇ ਸਕਦੇ ਆ। 7 ਦਿਨ ਦੇ ਵਿੱਚ ਬੱਚੇ 5 ਦਿਨ ਸਿਰਫ ਔਰ ਸਿਰਫ ਆਪਣੀ ਰਿਵੀਜ਼ਨ ਨੂੰ ਦਿਓ, ਜਿਹਦੇ ਵਿੱਚ ਕਹਿ ਲਓ ਕਿ ਤੁਸੀਂ ਰੋਜ਼ ਸਵੇਰ ਉੱਠੋਗੇ। ਮੰਨ ਲਓ ਅੱਜ ਹੋ ਗਈ 26 ਤਰੀਕ ਬੱਚੇ, ਅੱਜ ਤੁਹਾਡਾ ਲੌਂਗ ਟੈਸਟ ਆ ਫਿਜ਼ਿਕਸ ਦਾ। ਅਗਰ ਤੁਸੀਂ ਮੇਰੇ ਨਾਲ ਹੀ ਜੁੜੇ ਹੋਏ ਆ ਤਾਂ ਤੁਹਾਡਾ ਅੱਜ ਲੌਂਗ ਟੈਸਟ ਆ। ਅੱਜ ਲੌਂਗ ਟੈਸਟ ਦੇਣ ਤੋਂ ਬਾਅਦ, ਕਿਉਂਕਿ ਆਪਣੇ ਛੋਟੇ ਟੈਸਟ ਬੱਚੇ ਇਕੱਲੇ ਯੂਨਿਟ 'ਤੇ ਹੋ ਚੁੱਕੇ ਆ, ਅੱਜ ਤੁਹਾਡਾ ਲੌਂਗ ਟੈਸਟ ਆ। ਲੌਂਗ ਟੈਸਟ ਦੇਣ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਹੋਏਗਾ ਕਿ ਕੀ ਚੀਜ਼ਾਂ ਤੁਹਾਨੂੰ ਆਉਂਦੀਆਂ ਆ ਅਤੇ ਕਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਆਉਂਦੀਆਂ। ਸੋ ਪੇਪਰ ਨੂੰ ਦੇਖ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਆ। ਆਨਸਰਸ ਬੱਚੇ ਡਿਸਕਸ ਕਰ ਲਿਆਂਗੀ ਮੈਂ ਤੁਹਾਡੇ ਨਾਲ। ਸੋ ਉਸ ਤੋਂ ਬਾਅਦ ਆਪਣਾ ਹੁਣ ਡਿਵਾਈਡ ਸੈੱਟ ਕਰ ਲਓ ਕਿ 27 ਤਰੀਕ ਨੂੰ ਮੈਂ ਆਪਟਿਕਸ ਕਰਨੀ ਆ, 28 ਤਰੀਕ ਨੂੰ ਵੇਵ ਆਪਟਿਕਸ ਕਰਨੀ ਆ, 29 ਤਰੀਕ ਨੂੰ ਜਿਹੜੀ ਆ ਮੈਂ 7th ਯੂਨਿਟ 8th ਯੂਨਿਟ ਕਰਨਾ ਆ, 30 ਤਰੀਕ ਨੂੰ ਫਿਰ ਬੱਚੇ ਤੁਹਾਡਾ ਲੌਂਗ ਟੈਸਟ ਆ। ਟਰਾਈ ਕਰੋ ਕਿ 30 ਨੂੰ ਵੀ ਤੁਸੀਂ ਆਪਣਾ ਸਾਰਾ ਟੈਸਟ ਦਿਓ, ਜਾਂ ਜਿੰਨੇ ਵੀ ਬੱਚੇ ਆਪਣੇ ਡਾਊਟਸ ਆ ਇਹਨਾਂ 3 ਦਿਨ ਦੇ ਅੰਦਰ ਕਵਰ ਕਰੋ। ਸੋ ਸਵੇਰ ਉੱਠੋ, ਸਟਾਰਟ ਕਰੋ ਫਿਜ਼ਿਕਸ ਤੋਂ। ਹੁਣ ਬੱਚੇ ਸਵੇਰ ਜਦੋਂ ਮਾਰਨਿੰਗ ਉੱਠੋਗੇ ਤਾਂ ਮੋਸਟਲੀ ਜਿਹੜਾ ਆ ਤੁਹਾਡਾ ਮਾਈਂਡ ਫਰੈਸ਼ ਹੁੰਦਾ ਆ। ਜਿਹੜਾ ਸਬਜੈਕਟ ਤੁਹਾਨੂੰ ਸਭ ਤੋਂ ਜ਼ਿਆਦਾ ਡਿਫੀਕਲਟ ਲੱਗਦਾ, ਮੈਂ ਸੁਜੈਸਟ ਕਰਾਂਗੀ ਤੁਸੀਂ ਉਹ ਵਾਲਾ ਸਬਜੈਕਟ ਲਓ। ਮੈਂ ਰੈਂਡਮਲੀ ਬੱਚੇ 'ਤੇ ਫਿਜ਼ਿਕਸ ਲਿਖ ਦਿੱਤਾ। ਮੰਨ ਲਓ ਤੁਹਾਨੂੰ ਫਿਜ਼ਿਕਸ ਨਹੀਂ ਆਉਂਦੀ, ਘੱਟ ਆਉਂਦੀ ਆ, ਤਾਂ ਬੱਚੇ ਸਵੇਰ ਉੱਠ ਕੇ ਬਿਲਕੁਲ ਸ਼ਾਂਤੀ ਹੁੰਦੀ ਆ, ਘਰ ਵਿੱਚ ਕੋਈ ਡਿਸਟਰਬੈਂਸ ਨਹੀਂ ਆ। ਸੋ ਸਵੇਰ ਉੱਠ ਕੇ ਸਭ ਤੋਂ ਡਿਫੀਕਲਟ ਸਬਜੈਕਟ ਨੂੰ ਹੱਥ ਪਾਓ, ਚਾਹੇ ਉਹ ਫਿਜ਼ਿਕਸ ਆ, ਕੈਮਿਸਟਰੀ ਆ, ਚਾਹੇ ਉਹ ਮੈਥਸ ਆ। ਸੋ ਮੰਨ ਲਓ ਹੁਣ ਤੁਹਾਡੀ 2 ਘੰਟੇ ਦੇ ਵਿੱਚ ਫਿਜ਼ਿਕਸ ਹੋ ਗਈ, ਕਿਉਂਕਿ ਹੁਣ ਤੁਸੀਂ ਡਿਫੀਕਲਟ ਸਬਜੈਕਟ ਪੜ੍ਹ ਕੇ ਹਟੀਆਂ। ਡਿਫੀਕਲਟ ਸਬਜੈਕਟ ਪੜ੍ਹਨ ਤੋਂ ਬਾਅਦ ਕਦੇ ਵੀ ਬੱਚੇ ਦੂਸਰਾ ਸਬਜੈਕਟ ਜਿਹੜਾ ਤੁਸੀਂ ਚੱਕੋਗੇ ਉਹ ਔਖਾ ਨਾ ਪੜ੍ਹੋ। ਜਦੋਂ ਔਖੇ ਦੇ ਨਾਲ ਔਖਾ ਸਬਜੈਕਟ ਪੜ੍ਹਦੇ ਆ ਤਾਂ ਜਿਹੜਾ ਤੁਹਾਡਾ ਮਾਈਂਡ ਆ ਉਹਨੂੰ ਯਾਦ ਕਰਨ ਦੀ ਕਪੈਸਿਟੀ ਜਾਂ ਕਹਿ ਲਓ ਪੜ੍ਹਨ ਦੀ ਕਪੈਸਿਟੀ ਘੱਟ ਜਾਂਦੀ ਆ। ਫਿਰ ਤੁਸੀਂ ਸਿਰਫ ਪੜ੍ਹਦੇ ਰਹਿ ਜਾਂਦੇ ਆ। ਉਸ ਟਾਈਮ ਤੁਹਾਨੂੰ ਲੱਗਦਾ ਕਿ ਅਸੀਂ ਪੜ੍ਹ ਰਹੇ ਹਾਂ, ਪਰ ਜਦੋਂ ਤੁਸੀਂ ਘੰਟੇ 2 ਘੰਟੇ ਬਾਅਦ ਉਹੀ ਚੀਜ਼ਾਂ ਰਿਵਾਈਜ਼ ਕਰਦੇ ਆ ਤਾਂ ਤੁਹਾਨੂੰ ਕੁਝ ਵੀ ਯਾਦ ਨਹੀਂ ਹੁੰਦਾ। ਸੋ ਸੁਜੈਸਟ ਕਰ ਰਹੀ ਹਾਂ ਉਸ ਤੋਂ ਬਾਅਦ ਪੜ੍ਹੋ ਈਜ਼ੀ ਸਬਜੈਕਟ, ਕਿਉਂਕਿ ਸਾਰਾ ਸਾਲ ਤਾਂ ਆਪਾਂ ਪੰਜਾਬੀ ਇੰਗਲਿਸ਼ ਨੂੰ ਬਹੁਤ ਘੱਟ ਹੱਥ ਲਾਉਂਦੇ ਹਾਂ। ਸਾਇੰਸ ਸਟੂਡੈਂਟਸ, ਸਾਡਾ ਵੀ ਇਹੀ ਹਾਲ ਸੀ ਬੱਚੇ, ਤੁਹਾਡਾ ਵੀ ਇਹੀ ਹਾਲ ਹੋਏਗਾ। ਸੋ ਸਾਇੰਸ ਸਟੂਡੈਂਟਸ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਆ ਕਿ ਸਾਡੇ ਮੇਨ ਸਬਜੈਕਟ ਇੰਨੇ ਡਿਫੀਕਲਟ ਹੁੰਦੇ ਆ, ਉਹਨਾਂ ਨੂੰ ਟਾਈਮ ਜ਼ਿਆਦਾ ਲੱਗਦਾ। ਇਸ ਕਰਕੇ ਅਸੀਂ ਕਹਿ ਲਓ ਪੰਜਾਬੀ ਇੰਗਲਿਸ਼ ਨੂੰ ਥੋੜ੍ਹਾ ਜਿਹਾ ਘੱਟ ਟਾਈਮ ਦਿੰਦੇ ਆ। ਪਰ ਹੁਣ ਸਾਡੇ ਕੋਲ ਬੱਚੇ ਸਿਰਫ 7 ਦਿਨ ਆ।
7 दिन ਦੇ ਅੰਦਰ ਅਸੀਂ ਕੋਈ ਵੀ ਸਬਜੈਕਟ ਜਿਹੜਾ ਆ ਛੱਡ ਕੇ ਨਹੀਂ ਜਾਣਾ, ਆਪਣੇ ਹਰ ਇੱਕ ਸਬਜੈਕਟ ਨੂੰ ਟਾਈਮ ਦਿਓ। ਸੋ ਪੰਜਾਬੀ ਵਿੱਚ ਬੱਚੇ ਆਪਣੇ ਲੈਸਨਸ ਪੜ੍ਹ ਸਕਦੇ ਆ, ਤੁਸੀਂ ਮੁਹਾਵਰੇ ਪੜ੍ਹ ਸਕਦੇ ਆ, ਕਹਾਣੀਆਂ ਪੜ੍ਹ ਸਕਦੇ ਆ। ਸੋ ਪੰਜਾਬੀ ਈਜ਼ੀ ਆ, ਇੱਕ ਤਾਂ ਤੁਸੀਂ ਰਿਲੈਕਸ ਹੋ ਜਾਓਗੇ, ਇੱਕ ਤੁਹਾਡਾ ਮਾਈਂਡ ਥੋੜ੍ਹਾ ਫਰੈਸ਼ ਹੋ ਜਾਏਗਾ। ਸੋ ਇਹ ਹੋ ਗਿਆ ਤੁਹਾਡੇ ਸਵੇਰ ਦਾ ਟਾਈਮ। ਹੁਣ ਆ ਜਾਓ 8 ਵਜੇ ਤੋਂ ਲੈ ਕੇ 9 ਵਜੇ ਤੱਕ। 8 ਵਜੇ ਤੋਂ 9 ਵਜੇ ਤੱਕ ਬੱਚੇ ਤੁਸੀਂ ਆਪਣਾ ਖਾਣਾ ਵਾਣਾ ਖਾਓ, ਨਹਾਵੋ ਧੋਵੋ, ਥੋੜ੍ਹਾ ਜਿਹਾ ਫਰੈਸ਼ ਹੋਵੋ ਔਰ ਖੁੱਲ੍ਹੀ ਹਵਾ 'ਚ ਘੁੰਮੋ ਅਤੇ ਮੋਬਾਈਲ ਤੋਂ ਥੋੜ੍ਹਾ ਜਿਹਾ ਦੂਰ ਰਹੋ ਇਸ ਟਾਈਮ ਦੇ ਦੌਰਾਨ, ਕਿਉਂਕਿ ਬੱਚੇ ਸੁਬਾਹ ਹੀ ਤੁਸੀਂ ਮੋਬਾਈਲ ਉਠਾਓਗੇ ਤਾਂ ਡੈਫੀਨੇਟਲੀ ਤੁਹਾਡਾ ਮਾਈਂਡ ਦੀ ਜੋ ਕਪੈਸਿਟੀ ਹੁੰਦੀ ਹੈ ਬੱਚੇ ਉਹ ਘੱਟ ਜਾਂਦੀ ਹੈ ਮੋਬਾਈਲ ਯੂਜ਼ ਕਰਨ ਦੇ ਨਾਲ। ਸੋ ਟਰਾਈ ਕਰੋ ਸੁਬਾਹ ਜਿਹੜੀ ਬੱਚੇ ਆ 2 ਘੰਟੇ ਵੀ ਫਿਜ਼ਿਕਸ ਪੜ੍ਹੋਗੇ ਇਹ ਆਪਣੀਆਂ ਬੁੱਕਸ ਤੋਂ ਪੜ੍ਹੋ, ਨਾ ਕਿ ਮੋਬਾਈਲ ਤੋਂ। ਟਰਾਈ ਕਰੋ ਬੱਚੇ PDF ਅਵੋਇਡ ਕਰੋ। PDF ਵੀ ਤੁਹਾਡੀ ਜਿਹੜੀ ਅੱਖਾਂ ਦਾ ਮੋਬਾਈਲ 'ਤੇ ਕੰਮ ਹੁੰਦਾ ਆ, ਸੋ ਜ਼ਿਆਦਾ ਅੱਖਾਂ 'ਤੇ ਜ਼ੋਰ ਪੈਂਦਾ। ਟਰਾਈ ਕਰੋ ਕਿ ਬੁੱਕਸ ਯੂਜ਼ ਕਰੋ, ਠੀਕ ਹੈ ਜੀ। ਸੁਬਾਹ ਹੁਣ ਬੱਚੇ 8 ਤੋਂ ਲੈ ਕੇ 9 ਵਜੇ ਤੱਕ ਤੁਸੀਂ ਫ੍ਰੀ ਆ ਤਾਂ ਫ੍ਰੀ ਹੀ ਰਹੋ ਤਾਂ ਜ਼ਿਆਦਾ ਬੈਟਰ ਹੈ। ਹੁਣ ਆ ਜਾਓ ਬੱਚੇ ਕੈਮਿਸਟਰੀ। 9 ਤੋਂ ਲੈ ਕੇ 11 ਵਜੇ ਤੱਕ ਬੱਚੇ ਆਪਣੀ ਕੈਮਿਸਟਰੀ ਨੂੰ ਟਾਈਮ ਦਿਓ ਔਰ ਇਹ ਵੀ ਬੱਚੇ ਬੁੱਕਸ ਤੋਂ ਹੀ ਪੜ੍ਹਨਾ ਆ। ਬੁੱਕਸ ਚੱਕੋ ਆਪਣੀਆਂ, ਮੇਨ ਬੁੱਕਸ ਉਠਾਓ ਔਰ ਇੱਕ ਹੈਲਪਿੰਗ ਬੁੱਕ। ਬਹੁਤ ਸਾਰੇ ਸਟੂਡੈਂਟ ਇੱਕ ਹੀ ਚੀਜ਼ ਬਾਰ ਕਹਿੰਦੇ ਆ ਕਿ ਮੈਮ ਅਸੀਂ ਮੇਨ ਬੁੱਕ ਵੀ ਪੜ੍ਹ ਲਈ, ਅਸੀਂ ਐਕੂਰੇਟ ਵੀ ਪੜ੍ਹ ਲਈ, ਅਸੀਂ ਯੂਨੀਮੈਕਸ ਵੀ ਪੜ੍ਹ ਲਈ, ਅਸੀਂ ਸਕੈਨਰ ਵੀ ਪੜ੍ਹ ਲਿਆ, ਅਸੀਂ ਹੋਰ ਕੀ ਪੜ੍ਹੀਏ। ਬੱਚੇ ਇੱਕ ਮੇਨ ਬੁੱਕ ਪੜ੍ਹੋ। ਮੇਨ ਬੁੱਕ ਕੋਈ ਵੀ ਹੋ ਸਕਦੀ ਹੈ, ਦਿਨੇਸ਼ ਹੋ ਸਕਦੀ ਹੈ, ਮਾਡਰਨ ਹੋ ਸਕਦੀ ਹੈ, NCERT ਹੋ ਸਕਦੀ ਹੈ, ਕੋਈ ਵੀ ਹੋ ਸਕਦੀ ਹੈ। ਹੁਣ ਦੂਸਰੀ ਬੁੱਕ ਲਓ ਹੈਲਪਿੰਗ ਬੁੱਕ। ਹੈਲਪਿੰਗ ਬੁੱਕ ਮੀਨਸ ਤੁਸੀਂ ਐਕੂਰੇਟ ਯੂਜ਼ ਕਰ ਸਕਦੇ ਆ, ਤੁਸੀਂ ਯੂਨੀਮੈਕਸ ਯੂਜ਼ ਕਰ ਸਕਦੇ ਆ, MBD ਯੂਜ਼ ਕਰ ਸਕਦੇ ਆ, ਗੁਰੂ ਜੀ ਗੈਸ ਪੇਪਰ ਯੂਜ਼ ਕਰ ਸਕਦੇ ਆ, ਐਕਸੈਟਰਾ। ਸੋ ਬੱਚੇ ਹੈਲਪਿੰਗ ਬੁੱਕ ਇੱਕ ਬਹੁਤ ਹੈ ਔਰ ਮੇਨ ਬੁੱਕ ਨੇ ਹੀ ਸਾਰਾ ਕੁਝ ਕਵਰ ਕਰ ਦੇਣਾ। ਹੈਲਪਿੰਗ ਬੁੱਕ ਬੱਚੇ, ਹੈਲਪਿੰਗ ਦਾ ਬੁੱਕ ਦਾ ਮਤਲਬ ਹੀ ਇਹ ਆ ਕਿ ਉਹ ਤੁਹਾਡੀ ਹੈਲਪ ਕਰ ਰਹੀ ਆ। ਕੀ ਤੁਹਾਨੂੰ ਪੰਜਾਬ ਬੋਰਡ ਦੇ ਅਕੋਰਡਿੰਗਲੀ ਕੁਛ ਆਉਂਦਾ ਵੀ ਹੈ ਕਿ ਨਹੀਂ ਆਉਂਦਾ। ਸੋ ਹੈਲਪਿੰਗ ਬੁੱਕ ਸਿਰਫ ਹੈਲਪ ਕਰ ਰਹੀ ਹੈ ਤੁਹਾਡੀ। ਮੇਨ ਬੁੱਕ ਤੋਂ ਤੁਸੀਂ ਆਪਣੇ ਸਾਰੇ ਕਨਸੈਪਟ ਕਲੀਅਰ ਕਰ ਚੁੱਕੇ ਆ, ਤੁਸੀਂ 1 ਮਾਰਕਸ ਦੇ ਕੁਐਸਚਨ ਪੜ੍ਹ ਚੁੱਕੇ ਆ, 2 ਮਾਰਕਸ ਦੇ ਨੂਮੈਰੀਕਲਸ ਐਕਸੈਟਰਾ ਸਾਰਾ ਕੁਛ। ਸੋ ਮੇਨ ਬੁੱਕ ਬੱਚੇ ਸਾਰਾ ਕੰਮ ਕਰ ਚੁੱਕੀ ਆ, ਹੈਲਪਿੰਗ ਬੁੱਕ ਸਿਰਫ ਹੈਲਪ ਕਰ ਰਹੀ ਆ। ਸੋ ਨੋ ਨੀਡ ਟੂ ਡੂ ਕਿ ਆ ਵੀ ਕਰ ਲਓ ਬਈ, ਆ ਵੀ ਕਰ ਲਓ। ਉਹਦੇ ਵਿੱਚ ਤੁਸੀਂ ਹੀ ਕਨਫਿਊਜ਼ ਹੋਵੋਗੇ, ਤੁਹਾਡਾ ਲਾਸ ਹੋਏਗਾ। ਸੋ ਟਰਾਈ ਕਰੋ ਬੱਚੇ ਬਹੁਤ ਸਾਰੀਆਂ ਬੁੱਕਸ ਵਿੱਚ ਨਾ ਫਸੋ, ਕਿਉਂਕਿ ਹਰ ਇੱਕ ਹੈਲਪਿੰਗ ਬੁੱਕ ਦੀ ਜੋ ਲੈਂਗੁਏਜ ਹੁੰਦੀ ਆ ਉਹ ਡਿਫਰੈਂਟ ਹੋਏਗੀ। ਫਿਰ ਤੁਸੀਂ ਡੈਫੀਨੇਸ਼ਨ 'ਚ ਕਨਫਿਊਜ਼ ਹੋਵੋਗੇ ਕਿ ਉਹ ਵਾਲੀ ਬੁੱਕ ਆ ਕਹਿ ਰਹੀ ਆ ਅਤੇ ਉਹ ਵਾਲੀ ਬੁੱਕ ਦੀ ਡੈਫੀਨੇਸ਼ਨ ਆ। ਸੋ ਟਰਾਈ ਕਰੋ ਕਿ ਬਹੁਤ ਸਾਰੀਆਂ ਬੁੱਕਸ ਦੇ ਵਿੱਚ ਨਾ ਫਸੋ। ਹੁਣ 11 ਤੋਂ ਲੈ ਕੇ ਬੱਚੇ 12 ਵਜੇ ਤੱਕ ਆਪਣੇ ਆਪ ਨੂੰ ਫ੍ਰੀ ਰੱਖੋ। ਸਾਰਾ ਦਿਨ ਆਪਾਂ ਨਹੀਂ ਪੜ੍ਹ ਸਕਦੇ, ਯਾਦ ਰੱਖੋ ਸਾਰਾ ਦਿਨ ਬੱਚੇ ਆਪਾਂ ਪੜ੍ਹਾਂਗੇ, ਟੈਨਸ਼ਨ ਲੈ ਕੇ ਪੜ੍ਹਾਂਗੇ, ਪੇਪਰ ਵਿੱਚ ਨੁਕਸਾਨ ਹੋਏਗਾ ਸਾਡਾ। ਸੋ ਜਿੰਨਾ ਵੀ ਟਾਈਮ ਪੜ੍ਹ ਰਹੇ ਹਾਂ ਰੀਜ਼ ਨਾਲ ਪੜ੍ਹੋ, ਆਪਣਾ ਜਿਹੜਾ ਕੌਨਸਨਟ੍ਰੇਸ਼ਨ ਦੇ ਨਾਲ ਪੜ੍ਹੋ। ਜਿੰਨਾ ਟਾਈਮ ਤੁਸੀਂ ਫ੍ਰੀ ਆ ਟਰਾਈ ਕਰੋ ਮੋਬਾਈਲ ਤੋਂ ਥੋੜ੍ਹਾ ਜਿਹਾ ਦੂਰ ਰਹੋ। ਨੈਕਸਟ ਆ ਜਾਓ 12 ਵਜੇ ਤੋਂ ਲੈ ਕੇ 1 ਵਜੇ ਤੱਕ। ਬੱਚੇ ਹੁਣ ਤੁਸੀਂ ਕੈਮਿਸਟਰੀ ਦਾ ਜੋ ਵੀ ਪੜ੍ਹਿਆ ਹੋਇਆ ਆ, ਅਗਰ ਤਾਂ ਤੁਹਾਡੇ ਕੋਈ ਔਨਲਾਈਨ ਟੀਚਰ ਆ, ਤੁਹਾਨੂੰ ਕੈਮਿਸਟਰੀ ਦੇ ਅੱਛੇ ਟੀਚਰ ਮਿਲ ਰਹੇ ਆ, ਜਾਂ ਤੁਹਾਡੇ ਟਿਊਸ਼ਨ ਟੀਚਰ ਆ, ਜਾਂ ਤੁਹਾਡੇ ਸਕੂਲ ਟੀਚਰ ਆ, ਜਿਹੜੇ ਵੀ ਟੀਚਰ ਆ ਉਹਨਾਂ ਤੋਂ ਟਰਾਈ ਕਰੋ ਕਿ ਆਪਣਾ ਟੈਸਟ ਲਓ ਕੈਮਿਸਟਰੀ ਦਾ। ਔਰ ਬੱਚੇ ਟੈਸਟ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ। ਤੁਸੀਂ ਅਗਰ ਟੈਸਟ ਨਹੀਂ ਦਓਗੇ, ਤੁਹਾਡੀਆਂ ਮਿਸਟੇਕਸ ਨਹੀਂ ਨਿਕਲਣਗੀਆਂ, ਤੁਹਾਨੂੰ ਪੇਪਰ ਅਟੈਂਪਟ ਕਰਨ ਦਾ ਨਹੀਂ ਪਤਾ ਚੱਲੇਗਾ। ਸੋ ਟਰਾਈ ਕਰੋ ਬੱਚੇ, ਟੈਸਟ ਜ਼ਰੂਰ ਦਿਓ। ਅਗਰ ਕੋਈ ਟੀਚਰ ਤੁਹਾਡੀ ਹੈਲਪ ਨਹੀਂ ਕਰ ਪਾ ਰਿਹਾ, ਮਤਲਬ ਤੁਹਾਨੂੰ ਔਨਲਾਈਨ ਕੋਈ ਟੀਚਰ ਨਹੀਂ ਮਿਲ ਰਿਹਾ, ਜਾਂ ਤੁਹਾਨੂੰ ਤੁਹਾਡੇ ਸਕੂਲ ਟੀਚਰਸ ਵੀ ਇਸ ਟਾਈਮ ਕੋਆਪਰੇਟ ਨਹੀਂ ਕਰ ਰਹੇ, ਇਟਸ ਟੂ ਡਿਫੀਕਲਟ ਬੱਚੇ ਕੋਆਪਰੇਟ ਕਰਨਾ। ਸੋ ਟਰਾਈ ਕਰੋ ਕਿ ਅਗਰ ਕੋਈ ਟੀਚਰ ਮਿਲ ਰਿਹਾ ਤਾਂ ਵੈਲ ਐਂਡ ਗੁੱਡ ਆ। ਅਗਰ ਕੋਈ ਟੀਚਰ ਨਹੀਂ ਮਿਲ ਰਿਹਾ ਤਾਂ ਆਪਸ ਵਿੱਚ ਤੁਸੀਂ ਗਰੁੱਪਸ ਬਣਾ ਕੇ 2 ਫਰੈਂਡਸ 3 ਫਰੈਂਡਸ ਜਾਂ 4 ਤਾਂ ਇੱਕ ਗਰੁੱਪ ਬਣਾ ਕੇ ਇੱਕ ਦੂਸਰੇ ਦਾ ਟੈਸਟ ਲੈ ਸਕਦੇ ਆ। ਹੁਣ ਟੈਸਟ ਤੋਂ ਬਾਅਦ ਤੁਸੀਂ ਥੋੜ੍ਹਾ ਟਾਈਮ ਫ੍ਰੀ ਆ ਤਾਂ ਤੁਸੀਂ ਇੰਗਲਿਸ਼ ਨੂੰ ਬੱਚੇ ਜ਼ਰੂਰ ਟਾਈਮ ਦਿਓ। ਇੰਗਲਿਸ਼ ਇੰਨੀ ਵੀ ਸੌਖੀ ਨਹੀਂ ਆ ਕਿ ਆਪਾਂ ਉਹਨੂੰ ਟਾਈਮ ਹੀ ਨਾ ਦਈਏ। ਸੋ ਟਰਾਈ ਕਰੋ ਬੱਚੇ 1 ਘੰਟਾ ਟਾਈਮ ਜ਼ਰੂਰ ਦਿਓ। ਹੁਣ ਆ ਗਿਆ ਦੁਪਹਿਰ ਦਾ ਟਾਈਮ 2 ਵਜੇ ਤੋਂ ਲੈ ਕੇ 4 ਵਜੇ ਤੱਕ। ਗਰਮੀਆਂ ਦਾ ਮੌਸਮ ਆ, ਨੀਂਦ ਸਭ ਨੂੰ ਆਉਂਦੀ ਆ। ਸੋ ਬੀ ਰਿਲੈਕਸ, ਥੋੜ੍ਹਾ ਜਿਹਾ ਆਪਣੇ ਆਪ ਨੂੰ ਰਿਲੈਕਸ ਰੱਖੋ। ਸੋ ਬੱਚੇ ਮਾਈਂਡ ਨੂੰ ਰੈਸਟ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਆ। ਅਗਰ ਤਾਂ ਬੱਚੇ ਦੁਪਹਿਰ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਸੀਂ ਫਰੈਸ਼ ਫੀਲ ਕਰਦੇ ਆ, ਤਾਂ ਤੁਸੀਂ ਇੱਥੇ ਆਪਣੇ ਔਖਾ ਸਬਜੈਕਟ ਦੀ ਪ੍ਰੈਕਟਿਸ ਕਰ ਸਕਦੇ ਆ। ਜੋ ਤੁਹਾਨੂੰ ਚੀਜ਼ ਨਹੀਂ ਆਉਂਦੀ ਤੁਸੀਂ ਉਹ ਪੜ੍ਹ ਸਕਦੇ ਆ। ਅਦਰਵਾਈਜ਼ ਟੇਕ ਰੈਸਟ, ਠੀਕ ਹੈ ਜੀ। ਨੈਕਸਟ ਆ ਜਾਓ 4 ਵਜੇ ਤੋਂ ਲੈ ਕੇ 5 ਵਜੇ ਤੱਕ। ਬੱਚੇ ਜਿੱਦਾਂ ਤੁਹਾਨੂੰ ਪਤਾ ਕਿ ਮੈਂ ਰੋਜ਼ ਤੁਹਾਡਾ ਟੈਸਟ ਲੈਂਦੀ ਹਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ। ਸੋ ਬੱਚੇ ਇਸ ਕਰਕੇ ਮੈਂ ਫਿਜ਼ਿਕਸ ਦਾ ਟਾਈਮ ਇੱਥੇ ਰੱਖ ਦਿੱਤਾ, 4 ਤੋਂ ਲੈ ਕੇ 5 ਵਜੇ ਤੱਕ ਤੁਹਾਡਾ ਟੈਸਟ ਹੁੰਦਾ ਆ। ਸੋ ਟੈਸਟ ਦਿਓ ਜੋ ਵੀ ਤੁਸੀਂ ਮੋਰਨਿੰਗ ਪੜ੍ਹਿਆ ਹੋਇਆ ਬੱਚੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਤੁਸੀਂ ਜੋ ਵੀ ਫਿਜ਼ਿਕਸ ਦਾ ਪੜ੍ਹਿਆ ਹੋਇਆ ਟਰਾਈ ਕਰੋ ਕਿ 4 ਤੋਂ ਲੈ ਕੇ 5 ਵਜੇ ਤੱਕ ਉਸ ਚੀਜ਼ ਦਾ ਤੁਸੀਂ ਟੈਸਟ ਲਓ। ਨੈਕਸਟ ਆ ਜਾਓ 5 ਤੋਂ ਲੈ ਕੇ 6 ਵਜੇ ਤੱਕ ਸ਼ਾਮ ਦੀ ਚਾਹ ਪਾਣੀ ਪੀਓ, ਥੋੜ੍ਹਾ ਰਿਲੈਕਸ ਰਹੋ, ਫ੍ਰੀ ਹੋ ਜਾਓ। ਫਿਰ ਆ ਜਾਓ ਬੱਚੇ ਮੈਥਸ ਦੀ ਕਲਾਸ ਦੇ ਉੱਤੇ, ਮੈਥਸ ਜਾਂ ਬਾਇਓਲੋਜੀ। ਸੋ ਦੋਨੋਂ ਹੀ ਸਬਜੈਕਟ ਲੈਂਥੀ ਆ। ਮੈਥਸ ਨੂੰ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗਦਾ ਆ। ਸੋ
ਸ਼ਾਮ ਦੇ ਬੱਚੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜਾ ਆਪਣੀ ਮੈਥਸ ਨੂੰ ਟਾਈਮ ਦਿਓ। ਹਰ ਇੱਕ ਸਬਜੈਕਟ ਨੂੰ ਬੱਚੇ 2 ਘੰਟੇ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਹੁਣ ਅਸੀਂ ਇੱਕ ਟੌਪਿਕ ਨਹੀਂ ਕਰਨਾ ਇਹਨਾਂ 2 ਘੰਟੇ ਦੇ ਵਿੱਚ। ਇਸ 2 ਘੰਟੇ ਦੇ ਵਿੱਚ ਅਸੀਂ ਪੂਰਾ ਯੂਨਿਟ ਕੰਪਲੀਟ ਕਰਨਾ ਆ, ਪੂਰਾ ਚੈਪਟਰ ਕੰਪਲੀਟ ਕਰਨਾ, ਤਾਂ ਹੀ ਸਾਡੇ ਕੰਮ ਚੱਲੂਗਾ 7 ਦਿਨ ਦੇ ਵਿੱਚ। ਅਦਰਵਾਈਜ਼ ਜੇ ਤੁਸੀਂ ਕਹੋ ਕਿ 10 ਕੁਐਸਚਨ ਕਰ ਲਈਏ ਸਫੀਸ਼ੀਐਂਟ ਆ ਜਾਂ 2 ਕੁਐਸਚਨ ਕਰ ਲਈਏ ਸਫੀਸ਼ੀਐਂਟ ਆ, ਪੂਰਾ ਚੈਪਟਰ ਉਠਾਓ। ਜਿਹੜਾ ਵੀ ਚੈਪਟਰ ਤੁਸੀਂ ਕਰ ਰਹੇ ਹੋ ਉਹਦੇ 1 ਮਾਰਕਸ ਦੇ ਕੁਐਸਚਨ, 2 ਮਾਰਕਸ ਦੇ ਕੁਐਸਚਨਸ, ਨੂਮੈਰੀਕਲਸ ਐਕਸੈਕਟਰਾ ਸਾਰਾ ਕੁਝ ਉਹਦਾ ਕਹਿ ਲਓ ਐਂਡ ਕੰਪਲੀਟ ਫੁੱਲ ਫਲੈਸ਼ਡ ਕਰਕੇ ਹੀ ਉਹਨੂੰ ਛੱਡੋ। ਨੈਕਸਟ ਆ ਜਾਓ 8 ਵਜੇ ਤੋਂ ਲੈ ਕੇ 9 ਵਜੇ ਤੱਕ ਬੱਚੇ ਤੁਸੀਂ ਫ੍ਰੀ ਆ। 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਜੋ ਵੀ ਮੈਥਸ ਦਾ, ਬਾਇਓਲੋਜੀ ਦਾ ਜੋ ਵੀ ਪੜ੍ਹਿਆ ਹੋਏਗਾ ਉਹਨੂੰ ਜਿਹੜਾ ਤੁਸੀਂ ਟਾਈਮ ਆਪਣਾ ਟੈਸਟ ਜ਼ਰੂਰ ਦਿਓ। ਹੁਣ ਬੱਚੇ ਦੇਖੋ ਇਹਦੇ ਵਿੱਚੋਂ ਕਾਫੀ ਟਾਈਮ ਇੱਦਾਂ ਦਾ ਜਿਸ 'ਚ ਤੁਸੀਂ ਫ੍ਰੀ ਆ। ਸੋ ਜਿਹੜੇ ਸਟੂਡੈਂਟਸ ਨੂੰ ਕੰਪਿਊਟਰ ਸਾਇੰਸ ਹਾਲੇ ਤੱਕ ਆਪਾਂ ਕਦੇ ਪੜ੍ਹੀ ਨਹੀਂ ਕੰਪਿਊਟਰ ਸਾਇੰਸ, ਬੱਚੇ ਕੰਪਿਊਟਰ ਸਾਇੰਸ ਨੂੰ ਟਾਈਮ ਜ਼ਰੂਰ ਦਿਓ। ਗ੍ਰੇਡਿੰਗ ਸਬਜੈਕਟ EVS ਔਰ ਵੈਲਕਮ ਲਾਈਫ ਜੋ ਇੱਦਾਂ ਦੇ ਸਬਜੈਕਟ ਆ EVS ਔਰ ਵੈਲਕਮ ਲਾਈਫ ਕਿ ਪੇਪਰ ਤੋਂ ਅੱਗੇ ਪੜ੍ਹੋਗੇ ਤੁਹਾਡਾ ਚੱਲ ਜਾਣਾ ਕੰਮ। ਸੋ ਬੱਚੇ ਗ੍ਰੇਡਿੰਗ ਸਬਜੈਕਟ ਦੇ ਵਿੱਚ ਪਾਸ ਹੋਣਾ ਬਹੁਤ ਜ਼ਰੂਰੀ ਆ। ਸੋ ਕੰਪਿਊਟਰ ਸਾਇੰਸ ਬੱਚੇ ਥੋੜ੍ਹਾ ਜਿਹਾ ਡਿਫੀਕਲਟ ਸਬਜੈਕਟ ਆ, ਉਹ ਇੰਨਾ ਵੀ ਈਜ਼ੀ ਨਹੀਂ ਆ ਕਿ ਆਪਾਂ ਬਿਨਾਂ ਪੜ੍ਹੇ ਚਲੇ ਜਾਈਏ। EVS ਔਰ ਵੈਲਕਮ ਲਾਈਫ ਬੱਚੇ ਇੱਦਾਂ ਦੇ ਸਬਜੈਕਟ ਆ ਜਿਹੜਾ ਤੁਸੀਂ ਇੱਕ ਦਿਨ ਪਹਿਲਾਂ ਥੋੜ੍ਹਾ ਕੇਅਰਫੁਲੀ ਪੜ੍ਹ ਲੂੰਗੇ ਤੁਹਾਡਾ ਚੱਲ ਜਾਏਗਾ। ਹੁਣ ਜਿੱਦਾਂ ਬੱਚੇ ਇੱਥੇ ਟਾਈਮ ਆ ਤੁਹਾਡੇ ਕੋਲ ਦੁਪਹਿਰ ਦਾ ਟਾਈਮ ਆ 2 ਵਜੇ ਤੋਂ ਲੈ ਕੇ 4 ਵਜੇ ਤੱਕ, 5 ਵਜੇ ਤੋਂ ਲੈ ਕੇ 6 ਵਜੇ ਤੱਕ। ਸੋ ਬੱਚੇ ਆਪਣੇ ਆਪ ਨੂੰ ਅੱਧਾ ਘੰਟਾ, ਪੌਣਾ ਘੰਟਾ, 1 ਘੰਟਾ ਜਿਹੜਾ ਤੁਸੀਂ ਆਪਣੇ ਕੰਪਿਊਟਰ ਸਾਇੰਸ ਨੂੰ ਦੇ ਸਕਦੇ ਆ ਤਾਂ ਪੜ੍ਹ ਸਕਦੇ ਆ। ਕਲੀਅਰ ਹੋ ਗਿਆ ਜੀ। ਸੋ ਬੱਚੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿਹੜੀ ਸੁਜੈਸ਼ਨ ਚਾਹੀਦੀ ਹੈ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਆ, ਦੱਸ ਸਕਦੇ ਆ, ਤਾਂ ਤੁਹਾਨੂੰ ਸੁਜੈਸਟ ਕੀਤਾ ਜਾ ਸਕਦਾ। ਬਟ ਬੱਚੇ ਇੰਨਾ ਦੱਸ ਦੇਵਾਂ 7 ਦਿਨ ਦੇ ਵਿੱਚ ਇੱਕ ਸਬਜੈਕਟ ਨੂੰ ਘੱਟੋ ਘੱਟ 2 ਘੰਟੇ ਜ਼ਰੂਰ ਦਿਓ, ਟੈਸਟ ਜ਼ਰੂਰ ਦਿਓ। ਅਗਰ ਟੈਸਟ ਨਹੀਂ ਦਓਗੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਬੱਚੇ ਮਿਸਟੇਕਸ ਹੀ ਰਹਿ ਜਾਣਗੀਆਂ। ਜਦੋਂ ਤੁਸੀਂ ਟੈਸਟ ਦਿੰਦੇ ਆ ਤੁਹਾਨੂੰ ਗਲਤੀਆਂ ਦਾ ਪਤਾ ਹੀ ਉਦੋਂ ਲੱਗਦਾ ਆ। ਔਰ ਟਾਈਮ ਬਾਊਂਡੇਸ਼ਨ ਦੇ ਅੰਦਰ ਟੈਸਟ ਦਿਓ ਕਿ 1 ਘੰਟੇ ਦਾ ਟੈਸਟ ਆ ਤਾਂ 1 ਘੰਟੇ 'ਚ ਕੰਪਲੀਟ ਕਰਨਾ ਆ, 2 ਘੰਟੇ ਦਾ ਟੈਸਟ ਆ ਤਾਂ 2 ਘੰਟੇ 'ਚ ਹੀ ਕੰਪਲੀਟ ਕਰਨਾ। ਐਂਡ ਬੀ ਓਨੈਸਟ, ਜਦੋਂ ਤੁਸੀਂ ਆਪਣੇ ਆਪ ਨੂੰ ਟੈਸਟ ਦਿੱਤਾ ਬੱਚੇ ਓਨੈਸਟ ਰਹੋ, ਕਿਉਂਕਿ 7 ਦਿਨ ਦੇ ਵਿੱਚ ਨਕਲ ਮਾਰ ਕੇ ਆਪਾਂ ਪੇਪਰ 'ਚ ਪਾਸ ਨਹੀਂ ਹੋ ਸਕਦੇ। ਸੋ ਬੀ ਕੇਅਰਫੁਲ। 7 ਦਿਨ 'ਚ ਅਸੀਂ ਇੰਨਾ ਵਧੀਆ ਪੜ੍ਹਨਾ ਆ, ਚਾਹੇ ਤੁਸੀਂ ਵੀਕ ਸਟੂਡੈਂਟ ਆ ਚਾਹੇ ਤੁਸੀਂ ਇੰਟੈਲੀਜੈਂਟ ਸਟੂਡੈਂਟ ਆ। ਅਗਰ ਇੰਟੈਲੀਜੈਂਟ ਸਟੂਡੈਂਟ ਆ ਬੱਚੇ, ਜਿਸ ਦਿਨ ਵੀ ਤੁਸੀਂ ਆਪਣੇ ਕੋਈ ਵੀ ਸਬਜੈਕਟ, ਕੋਈ ਵੀ ਚੈਪਟਰ ਉਠਾਇਆ ਆ ਉਸ ਦਿਨ 1 ਮਾਰਕਸ 2 ਮਾਰਕਸ ਦੇ ਕੁਐਸਚਨ, ਸਾਰੇ ਕੁਐਸਚਨਸ ਕੰਪਲੀਟ ਕਰੋ। ਅਗਰ ਬੱਚੇ ਤੁਸੀਂ ਹਾਲੇ ਤੱਕ ਕੁਛ ਵੀ ਨਹੀਂ ਪੜ੍ਹਿਆ, ਤੁਹਾਨੂੰ ਫਿਜ਼ਿਕਸ ਦਾ ਕੁਛ ਨਹੀਂ ਆਉਂਦਾ, ਬਾਕੀ ਸਬਜੈਕਟਸ ਦੀ ਗੱਲ ਨਹੀਂ ਕਰ ਰਹੀ ਹੁਣ ਮੈਂ, ਸਿਰਫ ਫਿਜ਼ਿਕਸ ਦੀ ਗੱਲ ਕਰ ਰਹੀ ਹਾਂ। ਮੰਨ ਲਓ ਤੁਹਾਨੂੰ ਹਾਲੇ ਤੱਕ ਫਿਜ਼ਿਕਸ ਦਾ ਕੁਛ ਵੀ ਨਹੀਂ ਆਉਂਦਾ, ਬੱਚੇ ਟਰਾਈ ਕਰੋ ਕਿ ਜਿਹੜੀਆਂ ਤੁਹਾਨੂੰ ਮੋਸਟ ਇੰਪੋਰਟੈਂਟ ਕੁਐਸਚਨਸ ਦੀ ਬੱਚੇ ਮੈਂ PDF ਪ੍ਰੋਵਾਈਡ ਕੀਤੀ ਆ ਜੋ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਏਗੀ। ਸੋ ਬੱਚੇ ਸਿਰਫ ਮੋਸਟ ਇੰਪੋਰਟੈਂਟ ਕੁਐਸਚਨ ਕਰ ਜੋ ਬੱਚੇ 100% ਆ ਕਿ ਤੁਸੀਂ ਪਾਸ ਪੱਕਾ ਹੋ ਜੂਗੇ, ਫੇਲ ਨਹੀਂ ਹੁੰਦੇ ਤੁਸੀਂ ਫਿਜ਼ਿਕਸ ਦੇ ਵਿੱਚੋਂ ਅਗਰ ਤੁਸੀਂ ਸਿਰਫ PDF ਕਰ ਜੂਗੇ। ਅਗਰ ਜਿਹੜੇ ਇੰਟੈਲੀਜੈਂਟ ਬੱਚੇ ਅਗਰ ਉਹ ਕਹਿਣ ਸਿਰਫ PDF ਕਰਕੇ ਚੱਲ ਜਾਏਗਾ ਤਾਂ ਬਿਲਕੁਲ ਨਹੀਂ ਚੱਲੇਗਾ। ਬੱਚੇ ਕਿਸੇ ਵੀ ਐਗਜ਼ਾਮੀਨਰ ਨੇ ਰਿੰਪਲ ਮੈਮ ਦੀਆਂ PDF ਚੱਕ ਕੇ ਪੇਪਰ ਨਹੀਂ ਪਾਉਣਾ, ਉਹਨਾਂ ਨੇ ਪੂਰੀ ਬੁੱਕ 'ਚੋਂ ਪੇਪਰ ਪਾਉਣਾ, ਯਾਦ ਰੱਖੋ ਇਹ ਚੀਜ਼। ਸੋ ਜਿੰਨੇ ਵੀ ਬੱਚੇ ਮੋਸਟ ਇੰਪੋਰਟੈਂਟ ਦੀ PDF ਦਾ ਟੈਸਟ ਬੱਚਾ ਰੀਸੈਂਟਲੀ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਤੋਂ ਲਿਆ ਗਿਆ ਆ, ਉਹ ਸਿਰਫ ਔਰ ਸਿਰਫ ਮੋਸਟ ਇੰਪੋਰਟੈਂਟ ਕੁਐਸਚਨ ਆ। ਇਹਦਾ ਮਤਲਬ ਮੋਸਟ ਇੰਪੋਰਟੈਂਟ ਕੁਐਸਚਨ ਦੇ ਵਿੱਚੋਂ ਪੇਪਰ 100% ਆਏਗਾ ਹੀ ਆਏਗਾ। ਇਹਦਾ ਮਤਲਬ ਪਾਸ ਹੋਣ ਦੀ ਤੁਹਾਨੂੰ ਟੈਨਸ਼ਨ ਨਹੀਂ ਆ, ਤੁਸੀਂ ਪੱਕਾ ਪਾਸ ਹੋ ਜਾਓਗੇ ਅਗਰ PDF ਕਰਕੇ ਜਾਂਦੇ ਆ। ਅਗਰ ਤੁਸੀਂ ਕਹੋ ਕਿ 30 ਆਊਟ ਆਫ 35 ਚੋਂ 35 ਮਾਰਕਸ ਚਾਹੀਦੇ ਆ ਤਾਂ ਤੁਹਾਨੂੰ ਪੂਰਾ ਸਿਲੇਬਸ ਪੜ੍ਹ ਕੇ ਜਾਣਾ ਪਏਗਾ। 1 ਮਾਰਕਸ ਦੇ ਕੁਐਸਚਨ, 2 ਮਾਰਕਸ ਦੇ ਕੁਐਸਚਨ, ਹਰ ਇੱਕ ਤਰ੍ਹਾਂ ਦੇ ਕੁਐਸਚਨਸ ਪੜ੍ਹ ਕੇ ਪੈਣਗੇ ਤੁਹਾਨੂੰ, ਠੀਕ ਹੈ ਜੀ। ਸੋ ਇਸ ਤੋਂ ਬਾਅਦ ਬੱਚੇ ਅੱਜ ਜਿਹੜਾ ਤੁਹਾਡਾ ਲੌਂਗ ਟੈਸਟ ਹੈ ਉਹਦੇ ਕੁਐਸਚਨਸ ਆਪਾਂ ਡਿਸਕਸ ਕਰਾਂਗੇ, ਜਿਹਦੀ ਵੀਡੀਓ ਬੱਚੇ ਕਿਉਂਕਿ ਤੁਹਾਡਾ 5 ਵਜੇ ਤੱਕ ਦਾ ਪੇਪਰ ਹੈ, 3 ਵਜੇ ਤੋਂ ਲੈ ਕੇ 5 ਵਜੇ ਤੱਕ। ਸੋ 5 ਵਜੇ ਤੋਂ ਬਾਅਦ ਬੱਚੇ ਟਰਾਈ ਕਰਾਂਗੇ ਕਿ 8 ਜਾਂ 9 ਵਜੇ ਤੱਕ ਇਹਦੇ ਸੋਲਿਊਸ਼ਨ ਜਿਹੜੇ ਅਪਲੋਡ ਕਰਦੇ ਆ, ਨਹੀਂ ਤਾਂ ਮਾਰਨਿੰਗ ਤੱਕ ਤੁਹਾਡੀ ਬੱਚੇ ਵੀਡੀਓ ਅਪਲੋਡ ਹੋ ਜਾਏਗੀ। ਸੋ ਕਿਸੇ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੋਏਗੀ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਦਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਮੈਕਸਿਮਮ ਸ਼ੇਅਰ ਕਰ ਦਿਓ, ਤੇ ਅਗਰ ਚੈਨਲ 'ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ।